ਹੈਲੋ ਦੋਸਤੋ, ਤੁਹਾਡਾ ਸਾਰਿਆਂ ਦਾ ਸਾਡੇ ਇਸ ਚੈਨਲ ਜਨਰਲ ਨੌਲੇਜ ਵਿਲਾ ਉੱਪਰ ਬਹੁਤ ਸਵਾਗਤ ਹੈ। ਤਾਂ ਦੋਸਤੋ, ਅੱਜ ਦੀ ਇਸ ਵੀਡੀਓ ਵਿੱਚ ਮੈਂ ਤੁਹਾਨੂੰ ਪ੍ਰੋਬੇਬਿਲਿਟੀ ਜਾਣੀ ਕਿ ਜਿਸ ਨੂੰ ਆਪਾਂ ਪੰਜਾਬੀ ਵਿੱਚ ਸੰਭਾਵਨਾ ਕਹਿੰਦੇ ਹਾਂ ਅਤੇ ਉਸ ਨਾਲ ਰਿਲੇਟਡ ਤੁਹਾਨੂੰ ਸਵਾਲ ਕਰਵਾਵਾਂਗਾ। ਤਾਂ ਇਸ ਦਾ ਜੋ ਪੂਰਾ ਕੰਸੈਪਟ ਆ ਸਮਝਾਵਾਂਗਾ। ਇਸ ਵਿੱਚ ਤੁਹਾਨੂੰ ਮੇਨਲੀ ਮੈਂ ਸਿੱਕਿਆਂ ਰਿਲੇਟਡ ਜਾਣੀ ਕਿ ਕੋਇਨਸ ਰਿਲੇਟਡ ਅਤੇ ਡਾਈਸ ਰਿਲੇਟਡ ਜਿਹੜੇ ਸਵਾਲ ਕਰਵਾਵਾਂਗਾ। ਮੈਂ ਇਸ ਵੀਡੀਓ ਨੂੰ ਸ਼ੁਰੂ ਕਰਾਂ ਇਸ ਤੋਂ ਪਹਿਲਾਂ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਕਿ ਸਾਡੇ ਇਸ ਚੈਨਲ ਉੱਪਰ ਪੰਜਾਬ ਵਿੱਚ ਆਉਣ ਵਾਲੀਆਂ ਜੌਬਸ ਲਈ ਵੱਖ-ਵੱਖ ਵਿਸ਼ਿਆਂ ਉੱਪਰ ਜਿਹੜੀ ਤਿਆਰੀ ਕਰਵਾਈ ਜਾਂਦੀ ਹੈ ਅਤੇ ਤੁਹਾਨੂੰ ਸਾਰੀਆਂ ਵੀਡੀਓ ਜਿਹੜੀਆਂ ਥੱਲੇ ਡਿਸਕ੍ਰਿਪਸ਼ਨ ਬਾਕਸ ਵਿੱਚ ਮਿਲ ਜਾਣਗੀਆਂ ਅਤੇ ਤੁਹਾਨੂੰ ਜਿਹੜੀਆਂ ਵੀਡੀਓ ਆ ਸਾਡੇ ਚੈਨਲ ਦੀ ਵੀਡੀਓ ਲਿਸਟ ਵਿੱਚ ਵੀ ਮਿਲ ਜਾਣਗੀਆਂ। ਅਤੇ ਜਿਹੜੇ ਨਵੇਂ ਵਿਊਅਰਸ ਸਾਡੇ ਇਸ ਚੈਨਲ ਉੱਪਰ ਆਏ ਹਨ, ਪਲੀਜ਼ ਸਾਡੇ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਅਤੇ ਨਾਲ ਦੀ ਨਾਲ ਬੈਲ ਆਈਕਨ ਦਬਾਓ ਤਾਂ ਕਿ ਜਿਹੜੀਆਂ ਆਉਣ ਵਾਲੀਆਂ ਜੌਬਸ ਬਾਰੇ ਜਿਹੜੀ ਅਪਡੇਟ ਆ ਨਾਲ ਦੀ ਨਾਲ ਮਿਲਦੀ ਰਹੇ ਅਤੇ ਨਾਲ ਦੀ ਨਾਲ ਜਿਹੜੀ ਪੇਪਰਾਂ ਦੀ ਤਿਆਰੀ ਹੁੰਦੀ ਰਹੇ। ਤਾਂ ਦੋਸਤੋ, ਅੱਜ ਦੀ ਇਸ ਵੀਡੀਓ ਨੂੰ ਸ਼ੁਰੂ ਕਰਦੇ ਹਾਂ। ਤਾਂ ਦੋਸਤੋ, ਪ੍ਰੋਬੇਬਿਲਿਟੀ ਜਾਣੀ ਸੰਭਾਵਨਾ, ਠੀਕ ਹੈ ਜੀ, ਜਿਸ ਨੂੰ ਆਪਾਂ ਪੰਜਾਬੀ ਦੇ ਵਿੱਚ ਸੰਭਾਵਨਾ ਕਹਿ ਦਿੰਦੇ ਹਾਂ। ਸਭ ਤੋਂ ਪਹਿਲਾਂ ਤਾਂ ਮੈਂ ਦੱਸ ਦੇਵਾਂ ਕਿ ਪ੍ਰੋਬੇਬਿਲਿਟੀ ਹੁੰਦੀ ਕੀ ਹੈ। ਦੇਖੋ, ਕਿਸੇ ਚੀਜ਼ ਦੀ ਕਿੰਨੀ ਸੰਭਾਵਨਾ ਹੈ, ਉਸ ਦੇ ਹੋਣ ਦੀ ਕਿੰਨੀ ਸੰਭਾਵਨਾ ਹੈ, ਠੀਕ ਹੈ ਜੀ। ਇਸ ਵਿੱਚ ਇਸ ਤਰ੍ਹਾਂ ਦੇ ਜਿਹੜੇ ਇਸ ਨਾਲ ਰਿਲੇਟਡ ਜਿਹੜੇ ਸਵਾਲ ਪੁੱਛੇ ਜਾਣਗੇ ਅਤੇ ਤੁਹਾਨੂੰ ਮੈਂ ਹੁਣ ਐਗਜ਼ਾਮਪਲ ਰਾਹੀਂ ਵੀ ਦੱਸਦਾ ਹਾਂ। ਸਭ ਤੋਂ ਪਹਿਲਾਂ ਮੈਂ ਤੁਹਾਨੂੰ ਦੱਸ ਦੇਵਾਂ ਕਿ ਪ੍ਰੋਬੇਬਿਲਿਟੀ ਦਾ ਜਿਹੜਾ ਫਾਰਮੂਲਾ ਹੁੰਦਾ ਕੀ ਹੈ। ਦੇਖੋ, ਪ੍ਰੋਬੇਬਿਲਿਟੀ ਦਾ ਫਾਰਮੂਲਾ ਹੁੰਦਾ ਹੈ ਜੀ, ਪ੍ਰੋਬੇਬਿਲਿਟੀ ਇਜ਼ ਇਕੁਅਲ ਟੂ ਨੰਬਰ ਆਫ ਫੇਵਰੇਬਲ ਕੇਸਿਸ, ਠੀਕ ਹੈ ਜੀ। ਤੇ ਬਟਾ ਨੰਬਰ ਆਫ ਟੋਟਲ ਨੰਬਰ ਆਫ ਕੇਸਿਸ, ਠੀਕ ਹੈ ਜੀ, ਟੋਟਲ ਨੰਬਰ ਆਫ ਕੇਸਿਸ, ਠੀਕ ਹੈ ਜੀ। ਹੁਣ ਦੇਖੋ, ਤੇ ਜਿਹੜੇ ਆਪਾਂ ਟੋਟਲ ਨੰਬਰ ਆਫ ਕੇਸਿਸ ਜਿਹੜੇ ਕੱਢਣੇ ਨੇ ਉਹ ਇਸ ਤਰ੍ਹਾਂ ਨਿਕਲਦੇ ਨੇ। ਇਹਨਾਂ ਦਾ ਜਿਹੜਾ ਫਾਰਮੂਲਾ ਹੁੰਦਾ, ਦੇਖੋ, ਟੋਟਲ ਨੰਬਰ ਆਫ ਕੇਸਿਸ ਦਾ ਜਿਹੜਾ ਫਾਰਮੂਲਾ ਹੁੰਦਾ ਹੈ ਉਹ ਹੁੰਦਾ ਜੀ 2 ਦੀ ਪਾਵਰ n, ਠੀਕ ਹੈ, 2 ਦੀ ਪਾਵਰ n। ਇਹ ਜਿਹੜਾ ਪ੍ਰੋਬੇਬਿਲਿਟੀ ਦਾ ਫਾਰਮੂਲਾ ਹੁੰਦਾ ਹੈ ਜੀ, ਉਹ ਹੁੰਦਾ ਨੰਬਰ ਆਫ ਫੇਵਰੇਬਲ ਕੇਸਿਸ ਅਤੇ ਬਟਾ ਟੋਟਲ ਨੰਬਰ ਆਫ ਕੇਸਿਸ। ਜਿਹੜਾ ਆਪਾਂ ਟੋਟਲ ਨੰਬਰ ਆਫ ਕੇਸਿਸ ਹੈ ਸਭ ਤੋਂ ਪਹਿਲਾਂ ਉਹ ਕੱਢਣਾ ਹੈ। ਉਹ ਕੱਢਣ ਲਈ ਆਪਾਂ ਨੂੰ 2 ਦੀ ਪਾਵਰ n ਲਗਾਉਣੀ ਪਵੇਗੀ। ਦੇਖੋ, ਇਹ 2 ਦੀ ਪਾਵਰ n ਜਿਹੜਾ ਆਪਾਂ ਤਾਂ ਲਗਾਉਣਾ ਹੈ ਕਿਸੇ ਕੇਸ ਦੇ ਵਿੱਚ ਜਦੋਂ ਆਪਾਂ ਕੋਇਨਸ ਦੇ ਕੱਢਣੇ ਨੇ, ਠੀਕ ਹੈ ਜੀ, ਕੋਇਨਸ ਦੇ ਕੇਸਿਸ ਕੱਢਣੇ ਨੇ। ਤੁਸੀਂ ਯਾਦ ਰੱਖਣਾ, ਜਦੋਂ ਆਪਾਂ ਸਿੱਕਿਆਂ ਦਾ ਜਿਹੜਾ ਸਵਾਲ ਆਵੇਗਾ ਤਾਂ ਆਪਾਂ ਟੋਟਲ ਨੰਬਰ ਆਫ ਕੇਸਿਸ ਲਈ 2 ਦੀ ਪਾਵਰ n ਯੂਜ਼ ਕਰਨਾ ਹੈ, ਠੀਕ ਹੈ ਜੀ। n ਇੱਥੇ ਹੈਗਾ ਜੀ, n ਦਾ ਮਤਲਬ ਹੈ ਜਿਹੜਾ ਨੰਬਰ ਆਫ ਕੋਇਨਸ, ਠੀਕ ਹੈ ਜੀ, ਜਾਣੀ ਕਿ ਸਿੱਕਿਆਂ ਦੀ ਸੰਖਿਆ। ਕਿੰਨੇ ਜਿਹੜੇ ਸਿੱਕੇ ਨੇ ਹਵਾ 'ਚ ਉਛਾਲੇ ਗਏ ਹਨ ਜਾਂ ਫਿਰ ਸਵਾਲ ਦੇ ਵਿੱਚ ਕਿੰਨੇ ਸਿੱਕਿਆਂ ਦੀ ਗੱਲ ਕੀਤੀ ਗਈ ਹੈ, ਠੀਕ ਹੈ ਜੀ। ਹੁਣ ਤੁਹਾਨੂੰ ਮੈਂ ਇੱਕ ਐਗਜ਼ਾਮਪਲ ਰਾਹੀਂ ਦੱਸਦਾ ਹਾਂ ਕਿ ਇਹ ਜਿਹੜਾ ਫਾਰਮੂਲਾ ਕਿਵੇਂ ਕੰਮ ਕਰਦਾ ਹੈ, ਕਨਸੈਪਟ ਪੂਰਾ ਕਿਵੇਂ ਕੰਮ ਕਰਦਾ ਹੈ। ਦੇਖੋ, ਆਪਾਂ ਨੂੰ ਪੁੱਛਿਆ ਗਿਆ ਹੈ ਕਿ ਇੱਕ ਸਿੱਕਾ ਹੈ। ਦੇਖੋ, ਇੱਕ ਸਿੱਕਾ ਹਵਾ ਵਿੱਚ ਉਛਾਲਿਆ ਗਿਆ, ਠੀਕ ਹੈ ਜੀ। ਹੁਣ ਦੇਖੋ, ਇਹਨਾਂ ਨੂੰ ਪੁੱਛਿਆ ਕਿ ਦੱਸੋ ਕਿ ਹੈਡ ਆਉਣ ਦੀ ਕੀ ਸੰਭਾਵਨਾ ਹੈ। ਹੈਡ ਆਉਣ ਦੀ ਕੀ ਸੰਭਾਵਨਾ ਹੈ ਜਾਂ ਕਹਿ ਲਓ ਕਿ ਹੈਡ ਆਉਣ ਦੀ ਕੀ ਪ੍ਰੋਬੇਬਿਲਿਟੀ ਹੈ, ਠੀਕ ਹੈ ਜੀ। ਪ੍ਰੋਬੇਬਿਲਿਟੀ ਦੱਸਣੀ ਹੈ, ਠੀਕ ਹੈ ਜੀ ਇੱਥੇ। ਅਤੇ ਦੇਖੋ, ਹੁਣ ਸਿੱਕਾ ਹੁੰਦਾ ਹੈ, ਇੱਕ ਤਾਂ ਹੋ ਗਿਆ ਜੀ ਇਹਦਾ ਪਾਸਾ ਹੋ ਗਿਆ ਜੀ ਜਿਸ ਨੂੰ ਆਪਾਂ ਕਹਿ ਦਿੰਦੇ ਹਾਂ ਹੈਡ, ਠੀਕ ਹੈ ਜੀ। ਇੱਕ ਪਾਸਾ ਹੋ ਗਿਆ ਜਿਸ ਨੂੰ ਆਪਾਂ ਕਹਿ ਦਿੰਦੇ ਹਾਂ ਟੇਲ, ਠੀਕ ਹੈ ਜੀ। ਹੁਣ ਦੇਖੋ, ਇਹ ਕੇਸ ਬਣ ਗਿਆ 2। ਦੇਖੋ, ਇੱਕ ਤਾਂ ਟੋਟਲ ਨੰਬਰ ਆਫ ਕੇਸਿਸ ਬਣ ਗਏ, ਦੇਖੋ 2 ਹੈਡ, ਇੱਕ ਬਣ ਗਿਆ ਟੇਲ, ਠੀਕ ਹੈ ਜੀ, ਹੈਡ ਅਤੇ ਟੇਲ। ਅਤੇ ਹੁਣ ਇਹਦੇ ਵਿੱਚੋਂ ਜਿਹੜਾ ਹੈਡ ਆਉਣਾ ਹੈ, ਦੇਖੋ ਇਹਦੇ ਵਿੱਚ ਦੱਸਿਆ ਗਿਆ ਹੈ ਕਿ ਜਿਹੜਾ ਸਵਾਲ ਦੇ ਵਿੱਚ ਪੁੱਛਿਆ ਗਿਆ ਹੈ ਆਪਾਂ ਨੂੰ ਕਿ ਦੱਸੋ ਕਿ ਹੈਡ ਆਉਣ ਦੀ ਕੀ ਸੰਭਾਵਨਾ ਹੈ। ਹੈਡ ਤਾਂ ਇਹਦੇ ਵਿੱਚ ਇੱਕ ਹੈ, ਦੇਖੋ ਇਹਦੇ ਵਿੱਚ ਇੱਕ ਹੈਡ ਹੈ ਅਤੇ ਇਸ ਦਾ ਮਤਲਬ ਜਿਹੜਾ ਫੇਵਰੇਬਲ ਕੇਸਿਸ ਹੈ, ਦੇਖੋ
ਜਿਹੜੀ ਆਪਣੇ ਪੱਖ ਦੇ ਵਿੱਚ ਜਾਂਦੇ ਨੇ ਕੇਸ ਉਹ ਸਿਰਫ ਇੱਕ ਹੈ, ਠੀਕ ਹੈ ਜੀ। ਹੈੱਡ ਇਸ ਦੇ ਵਿੱਚ ਇੱਕ ਹੈ ਤੇ ਨੰਬਰ ਆਫ ਕੇਸ, ਟੋਟਲ ਨੰਬਰ ਆਫ ਕੇਸਿਸ 2 ਸੀਗੇ, ਦੇਖੋ ਹੈੱਡ ਅਤੇ ਟੇਲ, ਠੀਕ ਹੈ ਜੀ। 1/2 ਜਾਣੀ ਕਿ 50% ਚਾਂਸ ਨੇ ਕਿ ਜਿਹੜਾ ਹੈੱਡ ਆਵੇਗਾ। ਤੇ ਜੇਕਰ ਆਪਾਂ ਇੱਥੇ ਹੁੰਦਾ ਕਿ ਟੇਲ ਹੈ, ਟੇਲ ਦੱਸੋ, ਟੇਲ ਦੀ ਕੰਡੀਸ਼ਨ 'ਚ ਵੀ ਇਹੀ ਆਉਣਾ ਸੀ। ਦੇਖੋ 2 ਸੀਗੇ ਆਪਣੇ ਟੋਟਲ ਕੇਸ, ਠੀਕ ਹੈ, ਤੇ ਇੱਕ ਆਪਣਾ ਆਉਣਾ ਸੀਗਾ ਟੇਲ, ਠੀਕ ਹੈ। ਤੇ ਟੇਲ ਆਪਾਂ ਉੱਪਰ ਲਾ ਦੇਣਾ ਸੀਗਾ ਕਿ ਜਿਹੜਾ ਇੱਕ ਆਉਣਾ ਸੀ ਆਪਣਾ ਫੇਵਰੇਬਲ ਕੇਸ, ਜਿਹੜਾ ਇਸ ਦੇ ਪੱਖ ਦੇ ਵਿੱਚ ਇੱਕ ਹੀ ਕੇਸ ਜਾਣਾ ਸੀ। ਤੇ 1/2 ਜਾਣੀ ਕਿ 50% ਚਾਂਸ ਸੀਗੇ ਟੇਲ ਦੇ ਆਉਣ ਦੇ। ਦੇਖੋ ਹੁਣ ਤੁਹਾਨੂੰ ਮੈਂ ਹੋਰ ਇੱਕ ਆਸਾਨ ਤਰੀਕੇ ਨਾਲ ਸਮਝਾਉਣਾ ਹਾਂ ਕਿ ਜਿਹੜਾ ਆਪਾਂ ਨੰਬਰ ਆਫ ਕੇਸਿਸ ਕਿੱਦਾਂ ਕੱਢ ਸਕਦੇ ਹਾਂ, ਕਿ ਸਵਾਲ ਨੂੰ ਆਪਾਂ ਕਿੱਦਾਂ ਸੋਲਵ ਕਰ ਸਕਦੇ ਹਾਂ। ਦੇਖੋ ਜੇਕਰ ਆਪਾਂ ਨੂੰ ਪੁੱਛਿਆ ਹੋਵੇ ਕਿ ਇੱਕ ਸਿੱਕਾ ਹਵਾ ਵਿੱਚ ਉਛਾਲਿਆ ਗਿਆ ਹੈ, ਦੱਸੋ ਕਿ ਹੈੱਡ ਆਉਣ ਦੀ ਸੰਭਾਵਨਾ ਕੀ ਹੈ, ਠੀਕ ਹੈ। ਹੈੱਡ ਆਉਣ ਦੀ ਜਿਹੜੀ ਪ੍ਰੋਬੇਬਿਲਿਟੀ ਕੀ ਹੈ। ਤੇ ਆਪਾਂ ਨੂੰ ਸਭ ਤੋਂ ਪਹਿਲਾਂ ਤਾਂ ਆਪਾਂ ਦੇਖ ਲੈਣਾ ਟੋਟਲ ਨੰਬਰ ਆਫ ਕੇਸਿਸ ਕੱਢਣੇ ਨੇ। ਟੋਟਲ ਨੰਬਰ ਆਫ ਕੇਸਿਸ, ਦੇਖੋ ਟੋਟਲ ਨੰਬਰ ਆਫ ਕੇਸਿਸ ਕੱਢਣ ਲਈ ਆਪਾਂ ਫਾਰਮੂਲਾ ਲਗਾਇਆ 2n, ਠੀਕ ਹੈ ਜੀ। ਹੁਣ ਦੇਖੋ n ਸੀਗਾ, ਇੱਥੇ ਮੈਂ ਗੱਲ ਕੀਤੀ ਸੀਗੀ n ਆਪਾਂ ਕਿਸ ਲਈ ਕਰਦੇ ਹਾਂ, ਨੰਬਰ ਆਫ ਕੁਆਇਨਸ, ਠੀਕ ਹੈ ਜੀ, ਸਿੱਕਿਆਂ ਦੀ ਸੰਖਿਆ। ਸਿੱਕਿਆਂ ਦੀ ਸੰਖਿਆ ਇੱਥੇ ਗੱਲ ਕੀਤੀ ਹੈ ਇੱਕ ਸਿੱਕਾ, ਠੀਕ ਹੈ ਜੀ, ਇੱਕ ਸਿੱਕੇ ਦੀ ਗੱਲ ਕੀਤੀ ਹੈ। ਤੇ ਆਪਾਂ ਇੱਥੇ ਲਗਾਉਣਾ ਹੈ n ਦੀ ਜਗ੍ਹਾ 'ਤੇ 2 ਦੀ ਪਾਵਰ 1 ਆ ਗਿਆ, ਠੀਕ ਹੈ ਜੀ। 2 ਦੀ ਪਾਵਰ 1 ਹੋਵੇਗਾ ਤੇ ਮਤਲਬ ਕਿ 2 ਹੀ ਹੋਵੇਗਾ, ਠੀਕ ਹੈ, 2, ਠੀਕ ਹੈ। ਹੁਣ ਦੇਖੋ ਆਪਣੇ ਕੋਲ 2 ਆ ਗਿਆ ਇੱਥੇ ਟੋਟਲ ਨੰਬਰ ਆਫ ਕੇਸਿਸ। ਜੇਕਰ ਆਪਾਂ 2 ਦਾ ਹਾਫ ਕਰਾਂਗੇ ਤਾਂ 1 ਆ ਜਾਏਗਾ, ਠੀਕ ਹੈ। ਟੋਟਲ ਨੰਬਰ ਆਫ ਕੇਸਿਸ ਆਪਣੇ ਕੋਲ 2 ਨੇ ਤੇ ਇਸ ਦਾ ਜਦੋਂ ਹਾਫ ਕੀਤਾ ਤੇ 1 ਆਵੇਗਾ, ਠੀਕ ਹੈ। ਇੱਥੇ ਜਦੋਂ ਆਪਾਂ ਚਾਰਟ ਬਣਾਉਣਾ, ਦੇਖੋ ਇੱਕ ਆਪਣਾ ਵੱਖਰਾ ਜਿਹੜਾ ਕਾਲਮ ਬਣਾ ਲੈਣਾ ਇੱਥੇ, ਦੇਖੋ ਹੁਣ 1 ਹੈ, ਠੀਕ ਹੈ ਜੀ। ਤੇ ਸਭ ਤੋਂ ਪਹਿਲਾਂ ਆਪਾਂ ਲਿਖ ਲੈਣਾ ਹੈ ਹੈੱਡ, ਇੱਕ ਹੈੱਡ ਤੇ ਇੱਕ ਹੀ ਟੇਲ, ਠੀਕ ਹੈ। ਇੱਥੋਂ ਆਪਾਂ ਨੂੰ ਪਤਾ ਲੱਗ ਗਿਆ ਜੀ, ਇੱਕ ਹੈੱਡ ਲਿਖਣਾ ਹੈ, ਇੱਕ ਆਪਾਂ ਟੇਲ ਲਿਖਣਾ ਹੈ, ਠੀਕ ਹੈ। ਹੁਣ ਦੇਖੋ ਇਹ ਬਣ ਗਿਆ ਨਾ ਟੋਟਲ ਨੰਬਰ, 2 ਕੇਸ ਬਣ ਗਏ ਨਾ, 2 ਕੇਸ ਬਣ ਗਏ। ਇਸ ਦੇ ਵਿੱਚ ਜਿਹੜਾ ਹਾਫ ਕੀਤਾ ਸੀਗਾ 1 ਆ ਗਿਆ ਸੀ ਤੇ ਇੱਕ ਟੇਲ ਆ ਗਿਆ, ਤੇ ਇੱਕ ਜਿਹੜਾ ਇੱਕ ਹੈੱਡ ਆ ਗਿਆ ਤੇ ਇੱਕ ਟੇਲ ਆ ਗਿਆ। ਹੈੱਡ ਆਪਾਂ ਪਹਿਲਾਂ ਲਿਖ ਲੈਣਾ, ਟੇਲ ਬਾਅਦ 'ਚ ਲਿਖ ਲੈਣਾ, ਠੀਕ ਹੈ। ਤੇ ਹੁਣ ਦੇਖੋ ਟੋਟਲ ਨੰਬਰ ਆਫ ਕੇਸਿਸ, ਠੀਕ ਹੈ ਜੀ, ਪ੍ਰੋਬੇਬਿਲਿਟੀ ਦਾ ਫਾਰਮੂਲਾ ਟੋਟਲ ਨੰਬਰ ਆਫ ਕੇਸਿਸ ਥੱਲੇ ਲਗਾਉਣੇ ਹੈ। ਇੱਕ ਹੈੱਡ ਸੀ ਇੱਕ ਟੇਲ ਸੀ, 2 ਆ ਗਿਆ ਜੀ ਇਹ, ਠੀਕ ਹੈ ਜੀ। ਹੁਣ ਦੱਸਿਆ ਕਿ ਹੈੱਡ ਆਉਣ ਦੀ ਕੀ ਪ੍ਰੋਬੇਬਿਲਿਟੀ ਹੈ, ਤੇ ਹੈੱਡ ਆਪਾਂ ਇੱਥੇ ਦੇਖ ਲੈਣਾ ਹੈ ਕਿ ਆਹ ਦੇਖੋ ਆ ਇੱਕ ਹੈੱਡ ਹੈ, ਠੀਕ ਹੈ। ਐਚ ਆਪਾਂ ਡਿਨੋਟ ਕਰਦੇ ਹਾਂ ਹੈੱਡ ਲਈ, ਤੇ ਇੱਕ ਆਪਣੇ ਲਈ ਹੈੱਡ ਆ ਗਿਆ, ਦੇਖੋ। ਤੇ 1/2 ਜਾਣੀ ਕਿ 50% ਚਾਂਸਿਸ ਨੇ, ਠੀਕ ਹੈ, 1/2, ਠੀਕ ਹੈ ਜੀ। ਜੇਕਰ ਪੁੱਛਿਆ ਹੁੰਦਾ ਕਿ ਟੇਲ ਆਉਣ ਦੀ ਸੰਭਾਵਨਾ, ਤੇ ਇੱਕ ਟੇਲ ਹੈ, ਟੇਲ ਦੀ ਸੰਭਾਵਨਾ ਦੇ ਵਿੱਚ ਵੀ 1/2 ਜਾਣੀ ਕਿ 50% ਚਾਂਸ ਨੇ। ਆਪਾਂ ਹੁਣ ਨੈਕਸਟ ਸਵਾਲ ਦੇਖ ਲੈਂਦੇ ਹਾਂ। 2 ਸਿੱਕੇ ਹਵਾ ਵਿੱਚ ਉਛਾਲੇ ਗਏ ਨੇ, ਦੱਸੋ ਘੱਟੋ ਘੱਟ 2 ਹੈੱਡ ਆਉਣ ਦੀ ਕੀ ਪ੍ਰੋਬੇਬਿਲਿਟੀ ਹੈ, ਠੀਕ ਹੈ ਜੀ। ਹੁਣ ਆਪਾਂ ਇਸ ਕੇਸ ਵਿੱਚ ਸਭ ਤੋਂ ਪਹਿਲਾਂ ਤਾਂ ਆਪਾਂ ਟੋਟਲ ਨੰਬਰ ਆਫ ਕੇਸਿਸ ਕੱਢ ਲੈਣੇ ਨੇ। ਟੋਟਲ ਨੰਬਰ ਆਫ ਕੇਸਿਸ, ਠੀਕ ਹੈ ਜੀ। ਟੋਟਲ ਨੰਬਰ ਆਫ ਕੇਸਿਸ ਕੱਢਣ ਦਾ ਫਾਰਮੂਲਾ ਕੀ ਹੁੰਦਾ ਹੈ ਜੀ, 2n, ਠੀਕ ਹੈ ਜੀ। ਸਿੱਕਿਆਂ ਦੇ ਕੇਸ ਦੇ ਵਿੱਚ, ਕੁਆਇਨਸ ਦੇ ਕੇਸ ਵਿੱਚ ਜਿਹੜਾ ਟੋਟਲ ਨੰਬਰ ਆਫ ਕੇਸਿਸ ਕੱਢਣ ਦਾ ਫਾਰਮੂਲਾ 2n ਹੈ। ਤੇ n ਮੈਂ ਤੁਹਾਨੂੰ ਦੱਸਿਆ ਸੀ ਕਿ ਨੰਬਰ ਆਫ ਜਿਹੜੇ ਕੁਆਇਨਸ ਦੇਖਣੇ ਨੇ ਕਿ ਆਪਣੇ ਕੋਲ ਕਿੰਨੇ ਸਿੱਕਿਆਂ ਦੀ ਗੱਲ ਕੀਤੀ ਗਈ ਹੈ। ਤੇ ਇੱਥੇ ਕੀ ਗੱਲ ਕੀਤੀ ਗਈ ਹੈ, 2 ਸਿੱਕਿਆਂ ਦੀ, ਠੀਕ ਹੈ ਜੀ। ਆਹ ਦੇਖੋ 2 ਸਿੱਕੇ ਹਵਾ ਵਿੱਚ ਉਛਾਲੇ ਗਏ ਨੇ, ਠੀਕ ਹੈ ਜੀ। ਤੇ 2 ਸਿੱਕਿਆਂ ਦੇ ਮਤਲਬ ਕਿ n ਦੀ ਜਗ੍ਹਾ ਆਪਾਂ 2 ਦੀ ਪਾਵਰ 2 ਲਗਾ ਦਿੱਤਾ, ਤੇ ਇਸ ਦਾ ਮਤਲਬ 2 ਦੂਣੀ 4 ਆ ਗਿਆ, ਠੀਕ ਹੈ ਜੀ। ਟੋਟਲ ਨੰਬਰ ਆਫ ਕੇਸ ਆਪਣੇ ਕੋਲ 4 ਆ ਗਿਆ ਹੈ, ਠੀਕ ਹੈ। ਟੋਟਲ ਨੰਬਰ ਆਫ ਕੇਸ 4 ਆ ਗਿਆ ਹੈ। ਤੇ 4 ਦਾ ਜਦੋਂ ਆਪਾਂ ਹਾਫ ਕੀਤਾ, ਜਦੋਂ 4 ਦਾ ਹਾਫ ਕੀਤਾ ਤੇ 2 ਆਏਗਾ। ਤੇ ਹੁਣ ਆਪਾਂ ਇੱਥੇ ਲਗਾਉਣਾ ਹੈ, 2 ਹੈੱਡ ਲਗਾਉਣੇ ਨੇ, ਦੇਖੋ 2 ਹੈੱਡ ਲਗਾ ਦਿੱਤੇ, ਠੀਕ ਹੈ। ਤੇ 2 ਹੀ ਥੱਲੇ ਆਪਾਂ ਟੇਲ ਲਗਾਉਣੇ ਨੇ, ਠੀਕ ਹੈ ਜੀ। ਟੋਟਲ ਦੇਖੋ 4 ਕੇਸ ਹੋ ਗਏ, 1 2 3 ਤੇ 4, ਠੀਕ ਹੈ ਜੀ। ਤੇ
ਦੋ ਹਾਫ ਜਦੋਂ ਹਾਫ ਕੀਤਾ, ਜਿਹੜੇ ਹਾਫ ਕੀਤੇ ਦੇਖੋ ਹਾਫ ਜਿਹੜਾ ਨੰਬਰ ਆਇਆ ਉਸ ਦਾ ਮਤਲਬ ਕਿ ਆਪਾਂ ਦੋ ਹੈੱਡ ਲਗਾਉਣੇ ਨੇ ਤੇ ਦੋ ਟੇਲ ਲਗਾਉਣੇ ਨੇ। ਜਿਹੜਾ ਪਿੱਛੇ ਸਵਾਲ ਕਰਾਇਆ ਸੀ ਤੁਹਾਨੂੰ, ਉਹ ਐਗਜ਼ਾਮਪਲ ਕਰਾਈ ਸੀ, ਉਸ ਵਿੱਚ ਇੱਕ ਆਇਆ ਸੀ ਤੇ ਮਤਲਬ ਇੱਕ ਹੈੱਡ ਆਏਗਾ ਤੇ ਇੱਕ ਟੇਲ ਆਏਗਾ। ਇਸ ਵਿੱਚ ਦੋ ਆਇਆ ਤੇ ਮਤਲਬ ਦੋ ਹੈੱਡ ਤੇ ਦੋ ਟੇਲ ਹੈ। ਦੇਖੋ ਠੀਕ ਹੈ ਜੀ। ਹੁਣ ਦੇਖੋ ਨੈਕਸਟ ਕਰਨਾ ਕੀ ਹੈ, ਆਪਾਂ ਜਿਹੜਾ ਨੈਕਸਟ ਜਿਹੜਾ ਆਪਣੇ ਕੋਲ ਕਾਲਮ ਆਏਗਾ ਇੱਥੇ, ਠੀਕ ਹੈ, ਇਸ ਕਾਲਮ ਦੇ ਵਿੱਚ ਆਪਾਂ ਇਹਨਾਂ ਦਾ ਹਾਫ ਕਰ ਦੇਣਾ। ਦੇਖੋ ਦੋ ਹੈੱਡ ਸੀ, ਆਪਾਂ ਇੱਥੇ ਇੱਕ ਹੈੱਡ ਲਗਾ ਦੇਣਾ ਹੈ, ਫਿਰ ਟੇਲ ਲਗਾ ਦੇਣਾ ਹੈ। ਦੇਖੋ ਫਿਰ ਹੈੱਡ ਲਗਾ ਦੇਣਾ ਹੈ, ਫਿਰ ਟੇਲ ਲਗਾ ਦੇਣਾ ਹੈ। ਠੀਕ ਹੈ ਜੀ। ਇਹਨਾਂ ਦਾ ਹਾਫ ਕਰਕੇ ਦੇਖੋ ਹੈੱਡ, ਇੱਕ ਹੈੱਡ ਆ ਗਿਆ, ਫਿਰ ਟੇਲ ਆ ਗਿਆ, ਇੱਕ ਹੈੱਡ ਆ ਗਿਆ, ਇੱਕ ਟੇਲ ਆ ਗਿਆ। ਦੇਖੋ ਠੀਕ ਹੈ ਜੀ। ਹੁਣ ਆਪਾਂ ਨੈਕਸਟ ਹੋਰ ਐਗਜ਼ਾਮਪਲ ਤੁਹਾਨੂੰ ਦੱਸੂਗਾ ਤੇ ਤੁਹਾਨੂੰ ਹੋਰ ਵੀ ਜਿਹੜਾ ਕਲੀਅਰ ਹੋ ਜਾਵੇਗਾ ਕਿ ਇਹ ਆਪਾਂ ਜਿਹੜੇ ਕਾਲਮ ਤੇ ਰੋਸ ਆਪਾਂ ਕਿਸ ਤਰ੍ਹਾਂ ਬਣਾਉਣੀਆਂ ਨੇ। ਦੇਖੋ ਹੁਣ ਆਪਾਂ ਫਿਰ ਸਵਾਲ ਵੱਲ ਜਾਂਦੇ ਹਾਂ। ਇੱਥੇ ਪੁੱਛਿਆ ਹੈ ਕਿ ਦੱਸੋ ਘੱਟੋ ਘੱਟ ਦੋ ਹੈੱਡ ਆਉਣ ਦੀ ਕੀ ਪ੍ਰੋਬੇਬਿਲਿਟੀ ਹੈ, ਕੀ ਸੰਭਾਵਨਾ ਹੈ। ਠੀਕ ਹੈ ਜੀ। ਤੇ ਆਪਣੇ ਕੋਲ ਜਿਹੜੀ ਦੋ ਹੈੱਡ ਆਉਣ ਦੀ ਸੰਭਾਵਨਾ ਦੇਖਣੀ ਹੈ, ਇੱਥੇ ਆਪਾਂ ਦੇਖਣਾ ਹੈ ਕਿ ਜਿਹੜਾ ਆਪਾਂ ਬਣਾਇਆ ਹੈ ਰੋ ਕਾਲਮ ਦਾ ਜਿਹੜਾ ਟੇਬਲ, ਇਸ ਵਿੱਚ ਦੋ ਹੈੱਡ ਕਿੱਥੇ ਨੇ। ਤੇ ਆਪਣੇ ਸਭ ਤੋਂ ਪਹਿਲਾਂ ਪਹਿਲੇ ਕੇਸ ਦੇ ਵਿੱਚ ਦੇਖਿਓ ਪਹਿਲੀ ਰੋ ਦੇ ਵਿੱਚ ਦੋ ਹੈੱਡ ਨੇ, ਇੱਕ ਤੇ ਦੋ। ਠੀਕ ਹੈ ਜੀ। ਸੈਟਿਸਫਾਈਡ ਕਰ ਗਿਆ ਕਿ ਦੋ ਹੈੱਡ ਨੇ। ਠੀਕ ਹੈ ਜੀ। ਹੁਣ ਦੇਖੋ ਘੱਟੋ ਘੱਟ ਦੋ ਹੈੱਡ ਦੀ ਗੱਲ ਕੀਤੀ ਹੈ, ਇਸ ਦਾ ਮਤਲਬ ਕਿ ਘੱਟ ਤੋਂ ਘੱਟ ਜਿਹੜੇ ਦੋ ਹੈੱਡ ਤਾਂ ਆਉਣੇ ਜ਼ਰੂਰੀ ਨੇ। ਦੋ ਹੈੱਡ ਤੋਂ ਥੱਲੇ ਜਿਹੜੀ ਕੰਡੀਸ਼ਨ ਸੈਟਿਸਫਾਈਡ ਨਹੀਂ ਕਰੇਗੀ, ਤੇ ਘੱਟੋ ਘੱਟ ਜਿਹੜੇ ਆਪਾਂ ਨੂੰ ਦੋ ਹੈੱਡ ਤਾਂ ਚਾਹੀਦੇ ਨੇ। ਦੇਖੋ ਦੋ ਹੈੱਡ ਪਹਿਲੀ ਰੋ ਦੇ ਵਿੱਚ ਹੀ ਆਪਾਂ ਨੂੰ ਦੋ ਹੈੱਡ ਮਿਲ ਗਏ, ਤੇ ਇੱਥੇ ਜਿਹੜਾ ਦੂਸਰੀ ਰੋ ਦੇ ਵਿੱਚ ਦੇਖੋ ਇੱਕ ਹੈੱਡ ਹੈ, ਇਸ ਦਾ ਮਤਲਬ ਇਹ ਸੈਟਿਸਫਾਈਡ ਨਹੀਂ ਕਰੇਗੀ। ਤੀਸਰੀ ਰੋ ਦੇ ਵਿੱਚ ਇੱਕ ਹੈੱਡ ਹੈ, ਇਸ ਦਾ ਮਤਲਬ ਜਿਹੜੀ ਸੈਟਿਸਫਾਈਡ ਨਹੀਂ ਕਰੇਗੀ। ਚੌਥੀ ਰੋ ਦੇ ਵਿੱਚ ਤਾਂ ਕੋਈ ਵੀ ਜਿਹੜਾ ਹੈੱਡ ਨਹੀਂ ਹੈ, ਇਸ ਦਾ ਮਤਲਬ ਇਹ ਤਾਂ ਬਿਲਕੁਲ ਵੀ ਨਹੀਂ ਸੈਟਿਸਫਾਈਡ ਕਰੇਗੀ। ਤਾਂ ਦੇਖੋ ਹੁਣ ਇੱਕ ਇਹ ਆ ਗਿਆ ਜੀ ਆਪਣਾ ਜਿਹੜਾ ਫੇਵਰੇਬਲ ਕੇਸ ਹੈ। ਦੇਖੋ ਫਾਰਮੂਲਾ ਕੀ ਹੁੰਦਾ ਪ੍ਰੋਬੇਬਿਲਿਟੀ ਦਾ, ਠੀਕ ਹੈ। ਪ੍ਰੋਬੇਬਿਲਿਟੀ ਦਾ ਫਾਰਮੂਲਾ ਮੈਂ ਤੁਹਾਨੂੰ ਦੱਸਿਆ ਸੀਗਾ, ਫੇਵਰੇਬਲ ਕੇਸਿਸ ਉੱਪਰ ਲਗਾ ਦੇਣੇ ਤੇ ਬਟਾ ਜਿਹੜਾ ਲਗਾ ਕੇ ਆਪਾਂ ਥੱਲੇ ਜਿਹੜੇ ਟੋਟਲ ਨੰਬਰ ਆਫ ਕੇਸਿਸ ਨੇ, ਟੋਟਲ ਨੰਬਰ ਆਫ ਕੇਸਿਸ ਤਾਂ ਆਪਾਂ ਕੱਢੇ ਹੋਏ ਸੀਗੇ 4 ਸੀ। ਠੀਕ ਹੈ ਜੀ। ਤੇ ਜਿਹੜੇ ਆਪਣੇ ਕੋਲ ਫੇਵਰੇਬਲ ਕੇਸਿਸ ਨੇ ਉਹ ਆਏ ਨੇ ਆਪਣੇ ਜਿਹੜੇ ਪੱਖ ਦੇ ਵਿੱਚ ਆਏ ਨੇ, ਉਹ ਨੇ ਇੱਕ ਕੇਸ ਹੈ। ਠੀਕ ਹੈ ਜੀ। ਇੱਕ ਦੇਖੋ ਪੂਰਾ ਇੱਕ ਰੋ ਆਈ ਹੈ ਪੂਰੀ, ਦੇਖੋ ਇੱਕ ਕੇਸ ਆਪਣੇ ਕੋਲ ਜਿਹੜਾ ਆਪਣੇ ਪੱਖ ਦੇ ਵਿੱਚ ਆ ਗਿਆ, ਤੇ ਇਸ ਦਾ ਮਤਲਬ ਇਸ ਦੀ ਪ੍ਰੋਬੇਬਿਲਿਟੀ ਜਿਹੜੀ 1/4 ਹੈ। ਠੀਕ ਹੈ ਜੀ। 1/4 ਇਸ ਦਾ ਆਨਸਰ ਆ ਗਿਆ ਹੈ ਆਪਣੇ ਕੋਲ। ਦੇਖੋ ਹੁਣ ਇਸੇ ਕੇਸ ਦੇ ਵਿੱਚ ਆਪਾਂ ਨੂੰ ਜੇਕਰ ਪੁੱਛਿਆ ਹੁੰਦਾ ਕਿ ਵੱਧ ਤੋਂ ਵੱਧ, ਠੀਕ ਹੈ ਜੀ, ਵੱਧ ਤੋਂ ਵੱਧ, ਠੀਕ ਹੈ, ਦੋ ਹੈੱਡ ਹੋਣ। ਠੀਕ ਹੈ ਜੀ। ਵੱਧ ਤੋਂ ਵੱਧ ਮਤਲਬ ਹੁੰਦਾ ਹੈ ਕਿ, ਠੀਕ ਹੈ ਜੀ, ਵੱਧ ਤੋਂ ਵੱਧ ਦਾ ਮਤਲਬ ਹੁੰਦਾ ਹੈ ਐਟ ਮੋਸਟ। ਠੀਕ ਹੈ। ਤੇ ਜਿਹੜਾ ਘੱਟ ਤੋਂ ਘੱਟ ਦਾ ਮਤਲਬ ਹੁੰਦਾ ਹੈ ਐਟ ਲੀਸਟ। ਘੱਟ ਤੋਂ ਘੱਟ ਐਟ ਲੀਸਟ ਵਾਲਾ ਜਿਹੜਾ ਕੇਸ ਆਪਾਂ ਕਰ ਲਿਆ ਹੈ। ਵੱਧ ਤੋਂ ਵੱਧ ਮਤਲਬ ਕਿ ਐਟ ਮੋਸਟ। ਠੀਕ ਹੈ ਜੀ। ਵੱਧ ਤੋਂ ਵੱਧ ਜਿਹੜੇ ਦੋ ਹੈੱਡ ਹੋਣੇ ਚਾਹੀਦੇ ਨੇ। ਠੀਕ ਹੈ। ਇਸ ਕੇਸ ਵਿੱਚ ਦੇਖੋ 0, 1 ਤੇ 2। ਠੀਕ ਹੈ ਜੀ। ਵੱਧ ਤੋਂ ਵੱਧ, ਦੋ ਤੋਂ ਵੱਧ ਨਹੀਂ ਹੋਣੇ ਚਾਹੀਦੇ, ਦੋ ਤੋਂ ਜਿੰਨੇ ਮਰਜ਼ੀ ਘੱਟ ਹੋਣ। ਠੀਕ ਹੈ ਜੀ। ਦੋ ਤੋਂ ਜਿੰਨੇ ਮਰਜ਼ੀ ਘੱਟ ਹੋਣ, ਪਰ ਦੋ ਤੋਂ ਵੱਧ ਨਹੀਂ ਜਾਣੇ ਚਾਹੀਦੇ। ਵੱਧ ਤੋਂ ਵੱਧ ਦਾ ਮਤਲਬ ਇਹ ਹੁੰਦਾ, ਦੇਖੋ ਇਸ ਵਿੱਚ 0 ਵੀ ਇਨਕਲੂਡ ਹੋਏਗੀ, 1 ਤੇ 2। ਠੀਕ ਹੈ ਜੀ। ਜਿੰਨੀ ਆਪਾਂ ਨੂੰ ਕੰਡੀਸ਼ਨ ਦਿੱਤੀ ਹੋਵੇਗੀ ਕਿ ਦੋ ਹੈੱਡ ਆਉਣੇ ਨੇ ਤੇ ਦੋ ਤੱਕ ਆਪਾਂ ਜਾ ਸਕਦੇ ਹਾਂ, ਦੋ ਤੋਂ ਅੱਗੇ ਨਹੀਂ ਜਾਣਾ। ਤੇ ਹੁਣ ਆਪਾਂ ਦੇਖੋ ਇੱਥੇ ਦੇਖਦੇ ਹਾਂ 0 ਕਿਸ ਕੇਸ ਵਿੱਚ ਹੈ। ਦੇਖੋ ਇੱਥੇ ਦੋ ਹੈੱਡ ਨੇ। ਠੀਕ ਹੈ। ਇਹ ਸੈਟਿਸਫਾਈਡ ਨਹੀਂ ਕਰੇਗੀ, ਮਤਲਬ ਕਿ 0 ਨਾਲ ਨਹੀਂ ਸੈਟਿਸਫਾਈਡ ਕਰੇਗੀ। ਇਸ ਵਿੱਚ ਜਿਹੜਾ ਇੱਥੇ ਇੱਕ ਹੈੱਡ ਹੈ, ਇਹ 0 ਨਾਲ ਨਹੀਂ ਸੈਟਿਸਫਾਈਡ ਕਰਦੀ। ਦੇਖੋ ਇਸ ਵਿੱਚ ਵੀ ਇੱਕ ਹੈੱਡ ਹੈ ਤੇ ਇਹ ਵੀ 0 ਨਾਲ ਨਹੀਂ ਕਰਦੀ। ਇੱਥੇ ਦੇਖੋ 0 ਹੈੱਡ ਹੈ, ਕੋਈ ਵੀ ਹੈੱਡ ਨਹੀਂ ਹੈ, ਇਹ ਆਪਣੀ ਸੈਟਿਸਫਾਈਡ ਕਰ ਗਈ। ਦੇਖੋ ਠੀਕ ਹੈ ਜੀ। ਇੱਕ ਜਿਹੜੀ ਆਪਣੀ ਇਹ ਬਣ ਗਈ ਇਸ ਵਿੱਚ, ਕਿਉਂਕਿ 0 ਹੈੱਡ ਹੈ। ਹੁਣ ਦੇਖੋ ਇੱਕ ਹੈੱਡ ਕਿਹਦੇ ਵਿੱਚ ਹੈ। ਦੇਖੋ ਇੱਕ ਆਹ ਵਾਲੀ ਰੋ ਦੇ ਵਿੱਚ ਇੱਕ ਹੈੱਡ ਹੈ ਤੇ ਇੱਕ ਹੈੱਡ ਆਹ ਵਾਲੀ ਰੋ ਦੇ ਵਿੱਚ ਹੈ। ਦੇਖੋ ਠੀਕ ਹੈ ਜੀ। ਇੱਕ ਕੇਸ ਆ ਬਣ ਗਿਆ, ਇੱਕ ਕੇਸ ਆ ਬਣ ਗਿਆ, ਇੱਕ ਆਹ 1 2 3 3 ਕੇਸ ਤਾਂ ਆਪਣੇ ਕੋਲ ਬਣ ਗਿਆ। ਹੁਣ ਦੇਖੋ ਦੋ ਕਿਹੜੇ ਵਿੱਚ ਹੈ। ਦੇਖੋ ਹੈੱਡ ਜਿਹੜੀ ਉੱਪਰ ਵਾਲੀ ਰੋ 'ਚ ਦੋ ਹੈੱਡ ਨੇ। ਠੀਕ ਹੈ ਜੀ। ਮਤਲਬ 1 2 3 4। ਠੀਕ ਹੈ ਜੀ। ਇਹ ਚਾਰੇ ਕੰਡੀਸ਼ਨਸ ਜਿਹੜੀਆਂ ਸੈਟਿਸਫਾਈਡ ਕਰਦੀਆਂ ਨੇ।
ਤੇ ਫੇਵਰੇਬਲ ਆਪਣੇ ਕੋਲ ਸੀਗਾ ਆ ਗਿਆ ਜੀ 1 2 3 4, ਠੀਕ ਹੈ ਜੀ 4 ਕੇਸ, ਤੇ ਟੋਟਲ ਨੰਬਰ ਆਫ ਕੇਸਿਸ ਸੀਗੇ 4, ਠੀਕ ਹੈ ਜੀ। 4 ਨੂੰ 4 ਦੇ ਨਾਲ ਕੱਟਿਆ ਤੇ ਇੱਕ ਜਿਹੜਾ ਆਨਸਰ ਜਿਹੜਾ ਉੱਤਰ 1 ਆ ਗਿਆ, ਠੀਕ ਹੈ। ਹੁਣ ਮੈਂ ਤੁਹਾਨੂੰ ਇੱਕ ਹੋਰ ਐਗਜ਼ਾਮਪਲ ਦੇ ਥਰੂ ਜਿਹੜਾ ਇਸ ਨੂੰ ਹੋਰ ਕਲੀਅਰ ਕਰਨ ਦੀ ਕੋਸ਼ਿਸ਼ ਕਰਦਾ ਹਾਂ। ਚਲੋ ਆਪਣੇ ਕੋਲ ਜਿਹੜੇ 3 ਸਿੱਕੇ ਨੇ, ਠੀਕ ਹੈ ਜੀ, 3 ਕੋਇਨਸ ਨੇ, ਠੀਕ ਹੈ ਜੀ, ਹਵਾ ਵਿੱਚ ਉਛਾਲੇ ਗਏ। ਤੇ ਇੱਥੇ ਦੱਸੋ ਕਿ ਘੱਟੋ ਘੱਟ ਐਟ ਲੀਸਟ, ਠੀਕ ਹੈ ਜੀ, ਘੱਟੋ ਘੱਟ ਆਪਣੇ ਕੋਲ 2 ਟੇਲ ਆਉਣ ਦੀ ਸੰਭਾਵਨਾ ਦੱਸੋ। 2 ਟੇਲ ਆਉਣ ਦੀ ਪ੍ਰੋਬੇਬਿਲਿਟੀ ਜਾਣੀ ਕਿ ਸੰਭਾਵਨਾ ਦੱਸੋ, ਠੀਕ ਹੈ ਜੀ। ਹੁਣ ਦੇਖੋ ਆਪਾਂ ਸਭ ਤੋਂ ਪਹਿਲਾਂ ਤਾਂ ਟੋਟਲ ਨੰਬਰ ਆਫ ਕੇਸਿਸ ਕੱਢਣੇ ਨੇ। ਟੋਟਲ ਨੰਬਰ ਆਫ ਕੇਸਿਸ, ਠੀਕ ਹੈ ਜੀ। ਇਸ ਲਈ ਆਪਣੇ ਕੋਲ ਫਾਰਮੂਲਾ ਹੁੰਦਾ, ਦੇਖੋ 3 ਸਿੱਕੇ ਨੇ, 2n ਫਾਰਮੂਲਾ ਹੁੰਦਾ ਹੈ, 2 ਦੀ ਪਾਵਰ n। n ਆਪਣੇ ਕੋਲ ਸੀਗੇ ਨੰਬਰ ਆਫ ਕੋਇਨਸ, ਠੀਕ ਹੈ ਜੀ। ਇੱਥੇ ਆ ਗਿਆ ਆਪਣੇ ਕੋਲ 2 ਦੀ ਪਾਵਰ 3, ਠੀਕ ਹੈ। ਜਦੋਂ ਆਪਾਂ ਇਸ ਨੂੰ ਸੋਲਵ ਕੀਤਾ 2 ਦੂਣੀ 4, 4 ਦੂਣੀ 8, ਠੀਕ ਹੈ ਜੀ 8, ਠੀਕ ਹੈ ਜੀ। ਇਹ ਜਿਹੜੇ 8 ਆਇਆ ਟੋਟਲ ਨੰਬਰ ਆਫ ਕੇਸਿਸ ਨੇ, ਠੀਕ ਹੈ ਜੀ, ਟੋਟਲ ਨੰਬਰ ਆਫ ਕੇਸਿਸ। ਜਦੋਂ 8 ਦਾ ਹਾਫ ਕੀਤਾ, ਦੇਖੋ 8 ਦਾ ਜਦੋਂ ਹਾਫ ਕੀਤਾ ਤੇ ਇਹ ਆ ਗਿਆ ਆਪਣੇ ਕੋਲ 4, ਠੀਕ ਹੈ। ਤੁਹਾਨੂੰ ਮੈਂ ਦੱਸਿਆ ਸੀ ਇੱਥੇ ਆਪਣਾ ਜਿਹੜਾ ਟੇਬਲ ਬਣਨਾ। ਹੁਣ ਦੇਖੋ 4 ਹੈ, ਸਭ ਤੋਂ ਪਹਿਲਾਂ ਆਪਾਂ ਜਿਹੜਾ 4 ਹੈੱਡ ਲਗਾ ਲੈਣੇ। ਦੇਖੋ 1 2 3 4, ਠੀਕ ਹੈ ਜੀ। ਨੈਕਸਟ ਥੱਲੇ ਆਪਾਂ ਜਿਹੜੇ 4 ਹੀ ਟੇਲ ਲਗਾ ਲੈਣੇ, ਠੀਕ ਹੈ ਜੀ, 4 ਟੇਲ ਲਗਾ ਲੈ। ਠੀਕ ਹੈ ਜੀ। ਹੁਣ ਇਹਨਾਂ ਦਾ ਹਾਫ ਕਰ ਦੇਣਾ। ਦੇਖੋ ਇਹਨਾਂ ਦਾ ਜਦੋਂ ਹਾਫ ਕੀਤਾ 4 ਦਾ, ਇੱਥੇ 2 ਹੈੱਡ ਆ ਗਏ। ਇਹਨਾਂ ਦਾ ਜਦੋਂ ਹਾਫ ਕੀਤਾ, ਠੀਕ ਹੈ ਜੀ, 2 ਹੈੱਡ 2 ਟੇਲ ਹੀ ਥੱਲੇ, 2 ਹੀ ਟੇਲ ਲੱਗਣੇ ਨੇ, ਫਿਰ 2 ਹੈੱਡ, ਠੀਕ ਹੈ ਜੀ, 2 ਟੇਲ, ਠੀਕ ਹੈ ਜੀ। ਆਪਾਂ ਜਿਹੜੀ ਪੂਰੀ ਜਿਹੜਾ ਕਾਲਮ ਹੈ ਕੰਪਲੀਟ ਕਰਨਾ ਹੈ। ਦੇਖੋ 2 ਹੈੱਡ ਲਗਾ ਕੇ 2 ਟੇਲ ਲਗਾ ਤੇ, 2 ਹੈੱਡ ਲਗਾ ਕੇ 2 ਟੇਲ ਲਗਾ ਤੇ। ਹੁਣ ਫਿਰ ਨੈਕਸਟ ਦੇਖੋ ਇਹਨਾਂ ਦਾ ਹਾਫ ਕਰਨਾ ਹੈ, ਹੈੱਡ ਟੇਲ ਹੈੱਡ ਟੇਲ। ਇਸੇ ਤਰ੍ਹਾਂ ਹੀ ਆਪਾਂ ਇਹ ਵਾਲੀ ਜਿਹੜੀ ਕਾਲਮ ਵੀ ਹੈ ਪੂਰੀ ਕੰਪਲੀਟ ਕਰਨੀ ਹੈ ਹੈੱਡ ਟੇਲ ਲਗਾ ਕੇ। ਦੇਖੋ ਠੀਕ ਹੈ ਜੀ, ਹੈੱਡ ਟੇਲ ਆਪਾਂ ਲਗਾਤੇ, ਹੈੱਡ ਟੇਲ ਹੈੱਡ ਟੇਲ ਹੈੱਡ ਟੇਲ ਹੈੱਡ ਟੇਲ, ਠੀਕ ਹੈ ਜੀ। ਹੁਣ ਦੇਖੋ ਇਹ ਆਪਣੇ ਕੋਲ ਇੱਕ ਪੂਰਾ ਜਿਹੜਾ ਟੇਬਲ ਬਣ ਗਿਆ। ਹੁਣ ਜਿਹੜਾ ਆਪਣਾ ਸਵਾਲ ਬਿਲਕੁਲ ਆਸਾਨੀ ਨਾਲ ਨਿਕਲ ਜਾਵੇਗਾ। ਹੁਣ ਦੇਖੋ ਇੱਥੇ ਇਹਨਾਂ ਨੇ ਪੁੱਛਿਆ ਕਿ ਘੱਟੋ ਘੱਟ ਐਟ ਲੀਸਟ, ਘੱਟੋ ਘੱਟ 2 ਟੇਲ ਦੱਸੋ, ਠੀਕ ਹੈ ਜੀ, ਐਟ ਲੀਸਟ 2 ਟੇਲ ਦੱਸੋ। ਹੁਣ 2 ਟੇਲ ਆਪਣੇ ਕੋ ਕਿਹੜੀ ਕਿਹੜੀ ਕੰਡੀਸ਼ਨ ਦੇ ਵਿੱਚ ਹੈ, ਠੀਕ ਹੈ ਜੀ। ਘੱਟੋ ਘੱਟ 2 ਟੇਲ ਮਤਲਬ ਕਿ ਘੱਟੋ ਘੱਟ 2 ਟੇਲ ਤਾਂ ਹੋਣੇ ਚਾਹੀਦੇ ਨੇ, 2 ਤੋਂ ਥੱਲੇ ਜਿਹੜੇ ਟੇਲ ਨਹੀਂ ਚੱਲਣਗੇ, ਠੀਕ ਹੈ ਜੀ। ਹੁਣ ਦੇਖੋ ਇਸ ਜਿਹੜੇ ਪਹਿਲੀ ਰੋ ਦੇ ਵਿੱਚ ਆਪਣੇ ਕੋ ਦੇਖੋ ਪਹਿਲੀ ਲਾਈਨ ਦੇ ਵਿੱਚ ਟੇਲ ਬਿਲਕੁਲ ਵੀ ਨਹੀਂ ਹੈਗਾ। ਇਹ ਬਿਲਕੁਲ ਵੀ ਕੰਡੀਸ਼ਨ ਜਿਹੜੀ ਆਪਣੇ ਪੱਖ ਦੇ ਵਿੱਚ ਨਹੀਂ ਹੈ, ਸੈਟੀਸਫਾਈਡ ਨਹੀਂ ਕਰਦੀ, ਠੀਕ ਹੈ ਜੀ। ਦੂਸਰੀ ਦੇ ਵਿੱਚ ਟੇਲ ਤਾਂ ਹੈਗਾ ਪਰ 1 ਹੈ ਜੀ। ਇੱਥੇ ਗੱਲ ਕੀਤੀ ਹੈ ਘੱਟੋ ਘੱਟ 2 ਹੋਣੇ ਚਾਹੀਦੇ, ਇੱਥੇ 1 ਟੇਲ ਹੈ, ਠੀਕ ਹੈ ਜੀ। ਤੀਸਰੀ ਦੇ ਵਿੱਚ ਵੀ 1 ਟੇਲ ਹੈ, ਠੀਕ ਹੈ ਜੀ, ਨਹੀਂ ਸੈਟੀਸਫਾਈਡ ਕਰੇਗੀ। ਚੌਥੀ ਦੇ ਵਿੱਚ ਦੇਖੋ 2 ਟੇਲ ਹੈ, 1 2, ਠੀਕ ਹੈ ਜੀ। ਇਸ ਦਾ ਮਤਲਬ ਇਹ ਜਿਹੜੀ ਆਪਣੀ ਰੋ ਹੈ ਬਿਲਕੁਲ ਆਪਣੇ ਪੱਖ 'ਚ ਹੈ ਅਤੇ ਇਹ ਸੈਟੀਸਫਾਈਡ ਕਰ ਗਈ ਹੈ, ਠੀਕ ਹੈ ਜੀ। ਚੌਥੀ ਆਪਣੀ ਰੋ ਸੈਟੀਸਫਾਈਡ ਕਰ ਗਈ। ਪੰਜਵੀਂ ਰੋ ਦੇਖੋ, ਪੰਜਵੀਂ ਦੇ ਵਿੱਚ 1 ਹੈ, ਇਸ ਦਾ ਮਤਲਬ ਇਹ ਸੈਟੀਸਫਾਈਡ ਨਹੀਂ ਕਰੇਗੀ। ਜਿਹੜੀ 6ਵੀਂ ਹੈ ਦੇਖੋ 1 ਅਤੇ 2 ਸੈਟੀਸਫਾਈਡ ਕਰ ਗਈ। 7ਵੀਂ ਦੇ ਵਿੱਚ ਵੀ 2 ਨੇ, ਇਹ ਵੀ ਆ ਗਈ ਜੀ। 8ਵੀਂ ਦੇ ਵਿੱਚ 3 ਹੈ, ਦੇਖੋ 1 2 3, ਠੀਕ ਹੈ ਜੀ। ਇੱਥੇ ਘੱਟੋ ਘੱਟ 2 ਦੀ ਗੱਲ ਕੀਤੀ ਹੈ, ਠੀਕ ਹੈ ਜੀ। ਘੱਟੋ ਘੱਟ 2 ਤਾਂ ਹੋਣੀ ਚਾਹੀਦੀ ਹੈ, 2 ਤੋਂ ਉੱਪਰ ਜਿੰਨੇ ਮਰਜ਼ੀ ਹੋਣ, ਠੀਕ ਹੈ ਜੀ। ਇੱਥੇ 3 ਹੈ ਅਤੇ ਇਹ ਆਪਣੇ ਕੋਲ ਸੈਟੀਸਫਾਈਡ ਕਰ ਗਈ ਹੈ। ਅਤੇ ਮਤਲਬ ਆਪਣੇ ਜਿਹੜੇ ਫੇਵਰੇਬਲ ਕੇਸਿਸ ਨੇ, ਆਪਣੇ ਪੱਖ 'ਚ ਕੇਸ ਜਿਹੜੇ ਜਾਂਦੇ ਨੇ 1 2 3 4, ਠੀਕ ਹੈ ਜੀ। 4 ਜਿਹੜੇ ਕੇਸ ਆਪਣੇ ਪੱਖ ਦੇ ਵਿੱਚ ਜਾਂਦੇ ਨੇ। ਅਤੇ ਪ੍ਰੋਬੇਬਿਲਿਟੀ ਦਾ ਫਾਰਮੂਲਾ ਹੁੰਦਾ ਕੀ ਹੈ, ਪ੍ਰੋਬੇਬਿਲਿਟੀ ਇਜ਼ ਇਕੁਅਲ ਟੂ ਨੰਬਰ ਆਫ ਫੇਵਰੇਬਲ ਕੇਸਿਸ, ਠੀਕ ਹੈ ਜੀ। 4 ਹੈ ਦੇਖੋ 1 2 3 4, ਅਤੇ ਜਿਹੜੇ ਟੋਟਲ ਨੰਬਰ ਆਫ ਕੇਸਿਸ ਨਿਕਲੇ ਸੀ ਆਪਣੇ ਕੋਲ 8 ਸੀ, ਠੀਕ ਹੈ ਜੀ। 8 ਲਗਾ ਦਿੱਤਾ, 4 ਦੂਣੀ ਜਿਹੜਾ ਆਪਣਾ
8 ਆ ਗਿਆ, ਠੀਕ ਹੈ ਜੀ। 1/2, ਠੀਕ ਹੈ ਜੀ। 1/2 ਜਿਹੜਾ ਇਹਦਾ ਆਨਸਰ ਆ ਗਿਆ ਹੈ। 1/2 ਉੱਤਰ ਇਹਦਾ ਆ ਗਿਆ ਹੈ। ਹੁਣ ਦੇਖੋ ਇਸੇ ਦੇ ਵਿੱਚ ਹੀ ਜੇਕਰ ਆਪਾਂ ਨੂੰ ਪੁੱਛਿਆ ਹੁੰਦਾ ਕਿ ਐਟ ਮੋਸਟ 2 ਟੇਲ ਦੱਸੋ, ਠੀਕ ਹੈ ਜੀ। 2 ਟੇਲਸ ਆਉਣ ਦੀ ਸੰਭਾਵਨਾ ਦੱਸੋ, ਵੱਧ ਤੋਂ ਵੱਧ 2 ਟੇਲ ਆਉਣ ਦੀ ਸੰਭਾਵਨਾ ਦੱਸੋ, ਠੀਕ ਹੈ ਜੀ। ਜਿਹੜੀ ਵੱਧ ਤੋਂ ਵੱਧ ਤੁਹਾਨੂੰ ਮੈਂ ਦੱਸਿਆ ਸੀ ਪਹਿਲਾਂ ਵੀ, ਦੇਖੋ 2 ਟੇਲ ਆਉਣ ਦੀ ਸੰਭਾਵਨਾ, ਠੀਕ ਹੈ। ਵੱਧ ਤੋਂ ਵੱਧ ਮਤਲਬ ਕਿ 2 ਹੋਣੇ ਚਾਹੀਦੇ, 2 ਤੋਂ ਵੱਧ ਨਹੀਂ ਹੋਣੇ ਚਾਹੀਦੇ, ਠੀਕ ਹੈ ਜੀ। ਇਸ ਦੇ ਵਿੱਚ ਦੇਖੋ ਇਸ ਕੰਡੀਸ਼ਨ ਦੇ ਵਿੱਚ 0, 1 ਅਤੇ 2, ਠੀਕ ਹੈ ਜੀ। 0 ਵੀ ਇਨਕਲੂਡ ਹੋਵੇਗਾ, ਠੀਕ ਹੈ ਜੀ। 2 ਤੋਂ ਵੱਧ ਨਹੀਂ ਹੋਣੇ ਚਾਹੀਦੇ, 2 ਤੋਂ ਥੱਲੇ ਜਿੰਨੇ ਮਰਜ਼ੀ ਹੁਣ ਆਪਾਂ 0 ਵੀ ਇਨਕਲੂਡ ਕਰਨਾ ਹੈ, ਠੀਕ ਹੈ। ਹੁਣ ਦੇਖ ਲੈਂਦੇ ਹਾਂ 0 ਕਿਹੜੀ ਕੰਡੀਸ਼ਨ ਦੇ ਵਿੱਚ ਹੈ। ਦੇਖੋ 0 ਪਹਿਲੀ ਰੋ ਦੇ ਵਿੱਚ ਹੀ ਜਿਹੜਾ ਟੇਲ ਹੈ 0 ਹੈ, ਦੇਖੋ, ਠੀਕ ਹੈ ਜੀ। ਪਹਿਲੀ ਰੋ ਦੇ ਵਿੱਚ ਹੀ 0 ਹੈ ਅਤੇ ਇਹ ਆਪਣੀ ਜਿਹੜੀ ਕੰਡੀਸ਼ਨ ਹੈ ਸੈਟਿਸਫਾਈਡ ਕਰ ਗਈ। ਨੰਬਰ 1 ਇਹ ਆਪਣੇ ਪੱਖ ਦੇ ਵਿੱਚ ਜਾਂਦੀ ਹੈ, ਠੀਕ ਹੈ ਜੀ। ਦੇਖੋ ਹੁਣ 0 ਬਾਕੀ ਦੇ ਵਿੱਚ ਇੱਕ ਟੇਲ ਤਾਂ ਜ਼ਰੂਰ ਹੋਵੇਗਾ। ਦੇਖੋ ਇੱਥੇ ਵੀ ਟੇਲ ਹੈ, ਇੱਥੇ ਵੀ ਟੇਲ, ਇੱਥੇ ਵੀ, ਠੀਕ ਹੈ ਜੀ। ਬਾਕੀਆਂ ਦੇ ਵਿੱਚ ਟੇਲ ਜ਼ਰੂਰ ਹੈਗਾ, ਦੇਖੋ, ਠੀਕ ਹੈ। ਹੁਣ ਇੱਕ ਦੇਖਣਾ ਹੈ ਇੱਕ ਕਿਹੜੀ ਰੋ ਦੇ ਵਿੱਚ ਆਪਣੇ ਕੋਲ ਟੇਲ ਹੈਗਾ ਹੈ, ਅਤੇ ਇਸ ਰੋ ਦੇ ਵਿੱਚ ਇੱਕ ਟੇਲ ਹੈਗਾ, ਠੀਕ ਹੈ ਜੀ। ਇਹ ਵੀ ਆਪਣੀ ਸੈਟਿਸਫਾਈਡ ਕਰ ਗਈ, ਠੀਕ ਹੈ। ਤੀਸਰੀ ਦੇ ਵਿੱਚ ਵੀ ਇੱਕ ਟੇਲ ਹੈਗਾ, ਇਹ ਵੀ ਕਰ ਗਈ, ਠੀਕ ਹੈ ਜੀ। ਚੌਥੀ ਦੇ ਵਿੱਚ 2 ਨੇ, ਠੀਕ ਹੈ ਜੀ। ਘੱਟੋ ਘੱਟ, ਠੀਕ ਹੈ, ਵੱਧ ਤੋਂ ਵੱਧ 2 ਹੋਣੇ ਚਾਹੀਦੇ। ਦੇਖੋ ਇੱਥੇ ਵੱਧ ਤੋਂ ਵੱਧ 2 ਹੈ। ਆਪਾਂ ਪਹਿਲਾਂ 1 ਦੀ ਗੱਲ ਕਰਦੇ ਹਾਂ। ਦੇਖੋ ਆਪਾਂ ਪਹਿਲਾਂ 1 ਦੇਖ ਲੈਂਦੇ ਹਾਂ। ਹੁਣ ਇੱਥੇ ਵੀ 1 ਹੈ, ਦੇਖੋ ਚੌਥੇ ਨੰਬਰ 'ਤੇ ਇਹ ਆ ਗਿਆ, ਠੀਕ ਹੈ ਜੀ, ਠੀਕ ਹੈ ਜੀ। ਅਤੇ ਬਾਕੀ ਆਪਣੇ ਕੋਲ ਇੱਥੇ 3 ਹੈ, ਦੇਖੋ ਇੱਥੇ 3 ਹੈ। ਇਸ ਦਾ ਮਤਲਬ 2 ਤੋਂ ਵੱਧ ਗਏ ਨੇ, ਠੀਕ ਹੈ ਜੀ। ਇਹ ਜਿਹੜੀ ਸੈਟਿਸਫਾਈਡ ਨਹੀਂ ਕਰਦੀ, ਠੀਕ ਹੈ। ਹੁਣ ਦੇਖੋ ਆਪਾਂ 2 ਵਾਲਾ ਦੇਖ ਲੈਂਦੇ ਹਾਂ। ਆ ਜਿਹੜੀ ਚੌਥੀ ਰੋ ਦੇ ਵਿੱਚ 1 ਅਤੇ 2 ਟੇਲ ਨੇ, ਇਹ ਵੀ ਆਪਣੇ ਕੋਲ ਸੈਟਿਸਫਾਈਡ ਕਰ ਗਈ, ਠੀਕ ਹੈ। ਅਤੇ ਛੇਵੀਂ ਦੇ ਵਿੱਚ ਵੀ 2 ਟੇਲ ਨੇ, ਇਹ ਵੀ ਆਪਣੇ ਕੋਲ ਸੈਟਿਸਫਾਈਡ ਕਰ ਗਏ। ਅਤੇ ਆਪਣੇ ਕੋਲ 7ਵੀਂ ਰੋ ਦੇ ਵਿੱਚ ਵੀ 2 ਟੇਲ ਨੇ, ਇਹ ਵੀ ਸੈਟਿਸਫਾਈਡ ਕਰ ਗਈ, ਠੀਕ ਹੈ ਜੀ। ਜਾਣੀ ਕਿ 2 ਤੋਂ ਵੱਧ ਨਹੀਂ ਹੋਣੇ ਚਾਹੀਦੇ। 2 ਤੋਂ ਵੱਧ ਦੇਖੋ ਆਹ ਲਾਸਟ ਦੇ ਵਿੱਚ 2 ਤੋਂ ਵੱਧ ਨੇ, 1, 2, ਠੀਕ ਹੈ। ਆਹ ਤੀਸਰਾ, ਠੀਕ ਹੈ। ਹੁਣ ਇਹ ਆਪਣੇ ਕੋਲ ਸੈਟਿਸਫਾਈਡ ਨਹੀਂ ਕਰ ਗਈ। ਹੁਣ ਦੇਖੋ ਆਪਾਂ ਟੋਟਲ ਨੰਬਰ ਆਫ ਕੇਸਿਸ ਤਾਂ ਆਪਾਂ ਕੱਢੇ ਸੀਗੇ 8 ਸੀਗੇ, 8 ਆ ਗਏ ਸੀ। ਹੁਣ ਜਿਹੜੇ ਆਪਣੇ ਫੇਵਰੇਬਲ ਕੇਸਿਸ ਨੇ 1, 2, 3, 4, 5, 6, 7, ਠੀਕ ਹੈ ਜੀ। 7 ਆ ਗਏ ਅਤੇ 7/8 ਜਿਹੜਾ ਆਪਣਾ ਉੱਤਰ ਆ ਗਿਆ ਹੈ। 7/8 ਆਪਣਾ ਆਨਸਰ ਆ ਚੁੱਕਿਆ ਹੈ।